ਇੱਕ ਅਜਿਹੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ 3 ਮੈਂਬਰ ਇੱਕੋ ਮਹੀਨੇ ਦੇ ਵਿੱਚ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਨੇ। ਸਾਰੇ ਵੈਂਟੀਲੇਟਰ ਬੰਦ ਹੋ ਗਏ ਸੀ। ਸਾਰੇ ਵੈਂਟੀਲੇਟਰ ਬੰਦ ਹੋ ਗਏ, ਸਭ ਕੁਝ ਬੰਦ ਹੋ ਗਿਆ। ਹੁਣ ਜਿਹੜਾ ਬੰਦਾ ਆਕਸੀਜਨ ਉਹ ਲੈ ਰਿਹਾ, ਬੰਦ ਹੋ ਗਿਆ ਸਿਸਟਮ, ਉਹਨੇ ਤੇ ਫਿਰ ਮਰਨਾ ਹੀ ਮਰਨਾ। ਤੇ ਕਮ ਸੇ ਕਮ ਨਹੀਂ 5 ਮੇਰੇ ਸਾਹਮਣੇ 5 ਤਾਂ ਆਈਸੀਯੂ 'ਚ ਹੀ ਮਰੇ ਬੰਦੇ। ਪਹਿਲਾਂ ਇੱਥੇ ਅਸੀਂ ਪ੍ਰਾਈਵੇਟ ਕਰਾਇਆ ਸੀ ਇਹਦੇ ਕੋਵਿਡ ਦਾ ਟੈਸਟ, ਸਾਡੇ ਕੋਲ ਸਬੂਤ ਹੈਗਾ, ਅਸੀਂ ਹੁਣੇ ਦਿਖਾ ਦਿੰਦੇ ਹਾਂ ਤੁਹਾਨੂੰ। ਉਹ ਤਾਂ ਨੈਗੇਟਿਵ ਆਇਆ। ਇਹਨਾਂ ਅਸੀਂ ਬੱਤੀ 'ਚ ਲੈ ਗਏ, ਬੱਤੀ ਵਾਲਿਆਂ ਨੇ ਇਹਨਾਂ ਨੇ ਉਹ ਕਰਤਾ, ਪੋਜ਼ੀਟਿਵ ਕੱਢਤਾ। ਉਹ ਜਿੰਨੇ ਵੀ ਟੈਸਟ ਕੀਤੇ ਉਹਨਾਂ ਨੇ ਮੇਰੇ ਸਾਹਮਣੇ ਕਿਸੇ ਹੋਰ ਦੇ ਜਾਂ ਕਿਸੇ ਦੇ ਵੀ ਉਹ ਪੋਜ਼ੀਟਿਵ ਹੀ ਕੱਢ ਰਹੇ। ਇਹ ਜਿਹੜਾ ਸਾਡੇ ਨਾਲ ਹੋਇਆ ਕਿਸੇ ਨਾਲ ਹੋਰ ਨਾਲ ਨਾ ਹੋਏ। ਬਾਕੀ 1-2 ਪੁਲਿਸ ਵਾਲਾ ਠੀਕ ਹੀ, ਬਾਕੀ 1-2 ਉਹਨਾਂ ਦੀ ਬੋਲੀ ਬੋਲਦਾ ਸੀ। ਤੇ ਅਸੀਂ ਕਿਹਨਾਂ ਦੀ ਬੋਲੀ ਬੋਲਦੇ? ਆਪਣਾ ਹਸਪੀਟਲ ਵਾਲਿਆਂ ਦੀ ਵੀ ਹਾਂ ਠੀਕ ਹੈ, ਇਹ ਕੀ ਕਰ ਸਕਦੇ ਆ, ਇਹ ਹਵਾ ਆ ਗਈ ਹੈ, ਝੱਖੜ 'ਚ ਲੈ ਜਾ, ਜਿੱਦਾਂ ਵੀ ਹੈ ਲਾਈਟ ਵੀ ਇਹਨਾਂ ਦਾ ਕੋਈ ਉਹ ਨਹੀਂ ਹੈ। ਪਰ ਇਹ ਤਾਂ ਉਹਨਾਂ ਨੂੰ ਹਸਪੀਟਲ ਵਾਲਿਆਂ ਨੂੰ ਸਿਸਟਮ ਨੂੰ ਚਾਹੀਦਾ ਨਾ ਵੀ ਇਹ ਪ੍ਰਬੰਧ ਕਰਨ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਦੇਸ਼ ਦੇ ਵਿੱਚ ਕੋਵਿਡ ਲਗਾਤਾਰ ਫੈਲ ਰਿਹਾ ਤੇ ਕੋਵਿਡ ਕਰਕੇ ਲੋਕਾਂ ਦੇ ਘਰ ਖਾਲੀ ਹੋ ਰਹੇ ਨੇ। ਇੱਕ ਅਜਿਹੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ 3 ਮੈਂਬਰ ਇੱਕੋ ਮਹੀਨੇ ਦੇ ਵਿੱਚ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਨੇ। ਰਾਤ ਤੁਹਾਡੇ ਯਾਦ ਹੋ ਸਭ ਦੇ ਕਿ ਝੱਖੜ ਆਇਆ ਸੀ, ਵੱਡਾ ਝੱਖੜ ਆਇਆ ਸੀ, ਜਿਸ ਤੋਂ ਬਾਅਦ ਸੈਕਟਰ 32 ਦੇ ਹਸਪੀਟਲ 'ਚ ਜੋ ਮਰੀਜ਼ ਦਾਖਲ ਸੀਗੇ, ਕੋਵਿਡ ਸੈਂਟਰ ਦੇ ਵਿੱਚ ਜੋ ਮਰੀਜ਼ ਦਾਖਲ ਸੀਗੇ ਕੋਵਿਡ ਵਾਰਡ ਦੇ ਵਿੱਚ, ਉੱਥੇ ਵੈਂਟੀਲੇਟਰ ਬੰਦ ਹੁੰਦੇ ਆ ਲਾਈਟ ਜਾਣ ਦੇ ਨਾਲ। ਉਸ ਤੋਂ ਬਾਅਦ ਵੈਂਟੀਲੇਟਰ ਨਹੀਂ ਚੱਲਦੇ ਤਾਂ ਅਨੇਕਾਂ ਹੀ ਮਰੀਜ਼ਾਂ ਦੀ ਮੌਤ ਹੋ ਜਾਂਦੀ ਆ। ਉਹਨਾਂ ਵਿੱਚ ਇਹਨਾਂ ਦਾ ਵੀ ਇੱਕ ਪਰਿਵਾਰਕ ਮੈਂਬਰ ਸੀ। ਤਾਂ ਗੱਲਬਾਤ ਕਰਾਂਗੇ ਇਹਨਾਂ ਨਾਲ। ਕੀ ਸਾਰਾ ਹੋਇਆ ਸੀ ਜੀ? ਰਾਤ ਨੂੰ ਹਨੇਰੀ ਆਈ, ਉਸ ਤੋਂ ਬਾਅਦ ਲਾਈਟ ਚਲੀ ਜਾਂਦੀ ਹੈ, ਕੀ ਹੋਇਆ ਸੀ ਸਭ? ਮਤਲਬ ਕਿ ਪਹਿਲੇ ਤਾਂ ਠੀਕ ਠਾਕ ਹੀ ਸਾਰਾ, ਜਦੋਂ ਹਨੇਰੀ ਆਈ, ਤੂਫਾਨ ਆਇਆ ਤਾਂ ਲਾਈਟ ਚਲੇ ਗਈ। ਫਿਰ ਮਤਲਬ ਕਿ ਤਾਰਾਂ ਨੂੰ ਵੀ ਅੱਗ ਲੱਗੀ। ਉੱਥੇ ਜਿਹੜਾ ਉਹਨਾਂ ਦਾ ਸਿਸਟਮ ਵੈਂਟੀਲੇਟਰ ਸਿਸਟਮ ਜੋ ਹੀ ਆਕਸੀਜਨ 'ਤੇ ਲੱਗੀ, ਸਭ ਬੰਦ ਹੋ ਗਿਆ। ਹੁਣ ਜਿਹੜਾ ਬੰਦਾ ਆਕਸੀਜਨ ਉਹ ਲੈ ਰਿਹਾ, ਉਹ ਬੰਦ ਹੋ ਗਿਆ ਸਿਸਟਮ, ਉਹਨੇ ਤਾਂ ਫਿਰ ਮਰਨਾ ਹੀ ਮਰਨਾ। ਤੇ ਕਮ ਸੇ ਕਮ ਨਹੀਂ 5 ਮੇਰੇ ਸਾਹਮਣੇ 5 ਤਾਂ ਆਈਸੀਯੂ 'ਚ ਹੀ ਮਰੇ ਬੰਦੇ, ਡੈਥ ਹੋਈਆਂ 5 ਦੀਆਂ। 2 ਜਿਹੜੇ 31 ਵਾਰਡ 'ਚ ਅਸੀਂ, ਮੇਰਾ ਭਤੀਜਾ ਸੀ 22 ਸਾਲ ਦਾ, ਤੇ ਇੱਕ ਹੋਰ ਸੀ, 2 ਉਹਨਾਂ 7 ਤੀਜੀ ਮੰਜ਼ਿਲ 'ਚੋਂ ਮਤਲਬ 7 ਬੰਦੇ ਮੈਂਬਰ ਮੌਤ ਹੋਈ ਜਿਨ੍ਹਾਂ ਦੀ ਡੈਥ। ਸਾਰੇ 7 ਮੈਂਬਰਾਂ ਦੀ ਮੌਤ ਹੋਈ ਹੈ ਦੱਸੀ ਜਾ ਰਹੀ ਹੈ। ਸਾਰੇ ਵੈਂਟੀਲੇਟਰ ਬੰਦ ਹੋ ਗਏ ਸੀ। ਸਾਰੇ ਵੈਂਟੀਲੇਟਰ ਬੰਦ ਹੋ ਗਏ, ਸਭ ਕੁਝ ਬੰਦ ਹੋ ਗਏ। ਜਨਰੇਟਰ ਦਾ ਪ੍ਰਬੰਧ ਨਹੀਂ ਸੀਗਾ ਹਸਪੀਟਲ 'ਚ? ਜਨਰੇਟਰ ਦਾ ਪ੍ਰਬੰਧ ਹੋਣਾ, ਫਿਰ ਤਾਰਾਂ ਵੀ ਸੜੀਆਂ, ਕਿਤੇ ਅੱਗ ਲੱਗੀ, ਉਹ ਦਾਦੇ ਪੇੜ ਗਿਰੇ, ਦਰਖਤ ਗਿਰੇ ਬੜੇ ਬੜੇ, ਉੱਥੇ ਹੁਣ ਵੀ ਡਿੱਗੇ ਪਏ ਆ। ਤੇ ਮਤਲਬ ਕਿ ਲਾਈਟ ਨਹੀਂ ਆਈ, ਕਮ ਸੇ ਕਮ 2 ਘੰਟੇ ਲਾਈਟ ਨਹੀਂ ਆਈ। ਵੈਂਟੀਲੇਟਰ ਬੰਦ ਹੋਣ ਕਰਕੇ ਜਿਹੜੀ ਆ ਮੌਤ ਹੋਈ ਆ ਮਰੀਜ਼ਾਂ ਦੀ? ਹਾਂ, ਮੌਤ ਹੋਈ ਆ। ਆਕਸੀਜਨ ਨਹੀਂ ਮਿਲੀ ਤੇ ਵੈਂਟੀਲੇਟਰ ਬੰਦ ਹੋ ਗਿਆ, ਆਕਸੀਜਨ ਮਿਲੀ ਨਹੀਂ ਹੈ। ਤੇ ਤਾਂ ਹੀ ਉਹਨਾਂ ਨੇ ਵੀ FIR ਕਰਾਈ, ਹੋਰ ਮੈਂਬਰ ਹੀ, ਤੇ ਕਾਫੀ ਰਾਤ ਪੁਲਿਸ ਵੀ ਆਈ। ਜਿੰਨੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ FIR ਦਰਜ ਕਰਾਈ ਆ ਥਾਣੇ 34 ਸੈਕਟਰ ਦੇ ਵਿੱਚ। ਤੁਹਾਡਾ ਵੀ ਨਾਂ, ਤੁਸੀਂ ਵੀ ਕਰਾਈ ਆ। ਪੁਲਿਸ ਦਾ ਰਵੱਈਆ ਕੀ ਸੀ? ਪੁਲਿਸ ਦੇ ਨਾਲ ਕੀ ਗੱਲਬਾਤ ਹੋਈ? ਪੁਲਿਸ ਨਾਲ ਗੱਲਬਾਤ ਇਹ ਸੀ ਵੀ ਪੁਲਿਸ ਵਾਲੇ ਕਹਿੰਦੇ ਵੀ ਜੋ ਵੀ ਕਾਰਵਾਈ ਬਣੇਗੀ ਅਸੀਂ ਕਰੂੰਗੇ। ਵੀ ਬਾਕੀ 1-2 ਪੁਲਿਸ ਵਾਲਾ ਠੀਕ ਹੀ, ਬਾਕੀ 1-2 ਉਹਨਾਂ ਦੀ ਬੋਲੀ ਬੋਲਦਾ ਸੀ। ਤੇ ਅਸੀਂ ਕਿਹਨਾਂ ਦੀ ਬੋਲੀ ਬੋਲਦਾ ਸੀ? ਆਪਣਾ ਹਸਪੀਟਲ ਵਾਲਿਆਂ ਦੀ ਵੀ ਹਾਂ ਠੀਕ ਹੈ, ਇਹ ਕੀ ਕਰ ਸਕਦੇ ਆ, ਇਹ ਹਵਾ ਆ ਗਈ ਹੈ, ਝੱਖੜ 'ਚ ਲੈ ਜਾ, ਜਿੱਦਾਂ ਵੀ ਹੈ ਲਾਈਟ ਵੀ ਇਹਨਾਂ ਦਾ ਕੋਈ ਉਹ ਨਹੀਂ ਹੈ। ਪਰ ਇਹ ਤਾਂ ਉਹਨਾਂ ਨੂੰ ਹਸਪੀਟਲ ਵਾਲਿਆਂ ਨੂੰ ਸਿਸਟਮ ਨੂੰ ਚਾਹੀਦਾ ਨਾ ਵੀ ਇਹ ਪ੍ਰਬੰਧ ਕਰਨ। ਵੀ ਕੱਲ੍ਹ ਨੂੰ ਵੈਸੇ ਠੀਕ ਸੀ ਸਾਰੇ ਪ੍ਰਬੰਧ? ਪ੍ਰਬੰਧ ਕੁਛ ਨਹੀਂ। ਹੁਣ ਰਾਤ ਨੂੰ ਮੰਨਿਆ ਕੇਅਰ ਟੇਕਰ ਹੈ ਉੱਥੇ, ਰਾਤ ਨੂੰ ਕੋਵਿਡ 'ਚ ਗੌਰਮੈਂਟ ਦੇ ਰਹੀ ਸਾਰਾ ਕੁਛ, ਕੇਅਰ ਟੇਕਰ ਹੈ। ਕੋਈ 800 ਲੈਂਦਾ ਰਾਤ ਨੂੰ, ਕੋਈ 1000 ਲੈਂਦਾ, ਸਿਰਫ ਲੈਟਰਿੰਗ ਬਾਥਰੂਮ ਕਰਾਉਣ ਦਾ ਜਾਂ ਰੋਟੀ ਪਾਣੀ ਖਿਲਾਉਣ ਦਾ। ਤੇ ਕਰਾਉਂਦੇ ਕੁਛ ਨਹੀਂ, ਜਾਂ ਮੰਨਿਆ ਕਰਾਉਂਦੇ ਵੀ ਹੋਣੇ ਰਾਤ ਨੂੰ। ਪਰ ਸਵੇਰੇ ਮੈਂ ਡੈਪਰ ਡੂਪਰ ਖੁਦ ਚੇਂਜ ਕਰਦਾ ਸੀ, ਇਹ ਲੜਕੇ ਇਹ ਵੀ ਕਰਦੀ, ਟੇਬਲ 'ਤੇ ਵੀ ਉੱਦਾਂ ਹੀ ਜੋ ਖਾਣਾ ਪੀਣਾ ਪਿਆ ਹੁੰਦਾ ਸੀ ਉੱਦਾਂ ਪਿਆ ਹੁੰਦਾ ਸੀ। ਮਤਲਬ ਖਿਲਾਉਂਦੇ ਨਹੀਂ ਮਰੀਜ਼ ਨੂੰ। ਅਗਰ ਮਰੀਜ਼ ਨੂੰ ਖਿਲਾਉਂਗੇ ਨਹੀਂ ਤੇ ਉਹ ਕਿਸ ਤਰ੍ਹਾਂ ਮਤਲਬ ਕਿ ਉਹ ਠੀਕ ਹੋਏਗਾ? ਸਰਕਾਰ ਤਾਂ ਕਹਿ ਰਹੀ ਹੈ ਅਸੀਂ ਪ੍ਰਬੰਧ ਕਰ ਰਹੇ ਹਾਂ, ਸਹੂਲਤਾਂ ਦੇ ਰਹੇ ਹਾਂ। ਕੋਈ ਨਹੀਂ, ਸਭ ਝੂਠ ਹੈ। ਮੈਂ ਕਮ ਸੇ ਕਮ ਹੁਣ 15 ਦਿਨ ਰਿਹਾ 32 'ਚ, ਕੁਛ ਨਹੀਂ ਹੈ, ਸਭ ਦੁਨੀਆ ਮਰ ਰਹੀ ਹੈ ਉੱਥੇ। ਬੇਕ ਸਿਸਟਮ ਕੁਛ ਨਹੀਂ ਹੈ। ਡਾਕਟਰ ਨੂੰ ਕਹਿ ਦਈਏ ਤੇ ਦੇਖ ਲੈਣਗੇ, ਨਹੀਂ ਤੇ ਨਹੀਂ। ਅੱਛਾ 48 'ਚ ਕਿਸੇ ਨੂੰ ਜਾਣ ਨਹੀਂ ਦਿੰਦੇ। ਜੇ ਕਿਸੇ ਨੂੰ ਅਸੀਂ ਕਹੀਏ ਵੀ ਕੇਅਰ ਟੇਕਰ ਰੱਖੀਏ, ਉਹ ਵੀ ਨਹੀਂ ਆਣ ਦਿੰਦੇ। ਉਹਨਾਂ ਨੂੰ ਪਰਚੀ 'ਤੇ ਲਿਖ ਕੇ ਦੇ ਦਿਓ, ਜੋ ਸਮਾਨ ਅੰਦਰ ਭੇਜਣਾ ਮਰੀਜ਼ ਕੋਲ ਪਹੁੰਚ ਜੂਗਾ। ਹੁਣ ਅਗਰ ਮਰੀਜ਼ ਕੋਲ ਆਪਾਂ ਨੇ ਸਮਾਨ ਪਹੁੰਚਾਤਾ,
ਉਹਦੀ ਹਿੰਮਤ ਨਹੀਂ ਹੋ ਰਹੀ ਖਾਣ ਦੀ, ਉਹ ਕੀ ਕਰੇਗਾ। ਉਹ ਮੇਰਾ ਭਤੀਜਾ ਜਿਹੜਾ ਇਹ ਤੋਂ ਪਹਿਲੇ ਡੈਥ ਹੋਈ ਹੈ, ਉਹ ਇਸੇ ਕਰਕੇ ਉਹਦਾ ਫੋਨ ਆਇਆ ਕਰ, ਉਹਨਾਂ ਦੀ ਡੈਥ ਕਿੰਨੀ ਤਰੀਕ ਨੂੰ ਹੋਈ ਸੀ? ਉਹਦੀ 26 ਤਰੀਕ ਨੂੰ ਇਸੇ। ਤੇ ਉਹ ਕਹਿੰਦਾ ਵੀ ਚਾਚਾ ਵੀ ਭੁੱਖ ਲੱਗੀ ਆ, ਵੀ ਮੇਰੇ ਕੋਲ ਹਿੱਲ ਵੀ ਨਹੀਂ ਹੋ ਰਿਹਾ, ਫੋਨ ਤੇ ਥੋੜੀ ਥੋੜੀ ਆਵਾਜ਼ ਕਰਦਾ ਵੀ ਮੈਨੂੰ ਵੀ ਖਾ ਨਹੀਂ ਹੋ ਰਿਹਾ, ਵੀ ਖਿਲਾਉਣ ਵਾਲਾ ਕੋਈ ਹੈ ਨਹੀਂ। ਉਹ ਵੀ ਕੋਵਿਡ ਪੋਜ਼ਿਟਿਵ ਸੀਗੇ 4 ਦਿਨ ਪਹਿਲਾਂ ਜਿਨ੍ਹਾਂ ਦੀ ਮੌਤ ਹੋਈ। ਹਾਂਜੀ ਕੋਵਿਡ ਪੋਜ਼ਿਟਿਵ। ਇਹ ਵਾਈਫ ਆ ਉਹਨਾਂ ਦੀ, ਤੇ ਇਹ ਸਿਸਟਰ ਹੈ, ਮਤਲਬ ਮੇਰੀ ਭਤੀਜੀ ਆ ਸਭ ਤੋਂ ਛੋਟੀ। ਤਾਂ 2 ਭਰਾ ਸੀਗੇ, ਦੋਵਾਂ ਦੀ ਮੌਤ ਹੋ ਗਈ ਆ ਇਸ ਮਹੀਨੇ, ਤੇ ਮਦਰ ਦੀ ਵੀ ਇਸੇ ਮਹੀਨੇ ਹੀ ਮੌਤ ਹੋਈ ਆ 13 ਤਰੀਕ ਨੂੰ, ਤੇ ਫਾਦਰ ਸਾਹਿਬ ਜੋ ਸੀ ਇਹਨਾਂ ਦੇ ਉਹ ਪਹਿਲਾਂ ਗੁਜ਼ਰ ਗਏ ਆ। ਇਸ ਭੈਣ ਨਾਲ ਵੀ ਗੱਲਬਾਤ ਕਰਾਂਗੇ। ਭੈਣੇ, ਕੀ ਤੁਹਾਡੀ ਗੱਲਬਾਤ ਹੋਈ ਹਸਪੀਟਲ ਦੇ ਨਾਲ, ਕੀ ਕਹਿ ਰਹੇ ਨੇ ਹਸਪੀਟਲ ਅਧਿਕਾਰੀ? ਕੋਈ ਪ੍ਰਬੰਧ ਨਹੀਂ ਹੈਗਾ ਸਰ, ਉੱਥੇ ਦਾ ਕੇਅਰ ਟੇਕਰ ਵਾਲੇ ਵੀ ਪੈਸੇ ਲੈਂਦੇ ਆ, 1000 ਰੁਪਏ ਲੈਂਦੇ ਆ। ਉਹ ਵੀ ਐਂ ਕਹਿੰਦੇ ਆ 3 ਗੇੜੇ ਮਾਰੂੰਗੇ, ਬਸ ਪਾਣੀ ਪਿਲਾਉਂਗੇ, ਪਤਾ ਨਹੀਂ ਪਿਲਾਉਂਗੇ, ਕੁਛ ਨਹੀਂ ਪਤਾ। ਅਸੀਂ ਬਾਹਰ ਤੋਂ ਦਵਾਈਆਂ ਮੰਗਦੇ ਆ, ਲੈ ਕੇ ਆਉਂਦੇ ਆ, ਦਿੰਦੇ ਆ ਸਾਰੀਆਂ, ਸਿਕਿਉਰਿਟੀ ਗਾਰਡ ਫੜ ਲੈਂਦਾ, ਅੰਦਰ ਜਾਂਦੀ ਹੈ ਨਹੀਂ ਜਾਂਦੀ, ਉਹ ਸਾਨੂੰ ਕੁਛ ਮੈਡੀਸਨ ਤਾਂ ਸਰਕਾਰ ਕਹਿ ਰਹੀ ਅਸੀਂ ਦੇ ਰਹੇ ਹਾਂ। ਨਹੀਂ ਜੀ ਨਹੀਂ, ਮੈਂ ਲੈ ਕੇ ਆਉਂਦੀ ਆ, ਪਰਚੀਆਂ ਪਈਆਂ ਤੁਸੀਂ ਦੇਖ ਲਓ। ਤੇ ਉੱਥੇ ਪਹਿਲਾਂ ਇੱਥੇ ਅਸੀਂ ਪ੍ਰਾਈਵੇਟ ਕਰਾਇਆ ਸੀ ਇਹਦੇ ਕੋਵਿਡ ਦਾ ਟੈਸਟ, ਸਾਡੇ ਕੋਲ ਸਬੂਤ ਹੈਗਾ, ਅਸੀਂ ਹੁਣੇ ਦਿਖਾ ਦਿੰਦੇ ਆ ਤੁਹਾਨੂੰ। ਉਹ ਤਾਂ ਨੈਗੇਟਿਵ ਆਇਆ। ਅਸੀਂ ਬੱਤੀ ਚਲੇ ਗਏ, ਬੱਤੀ ਵਾਲਿਆਂ ਨੇ ਇਹਨਾਂ ਨੇ ਉਹ ਕਰਤਾ, ਪੋਜ਼ਿਟਿਵ ਕੱਢਤਾ। ਸਾਡੇ ਕੋਲ ਸਬੂਤ ਪਿਆ, ਤੁਹਾਨੂੰ ਨਹੀਂ ਯਕੀਨ ਆਉਂਦਾ ਤੁਸੀਂ ਦੇਖ ਲਓ। ਕੀ ਪਰਿਵਾਰ ਹੁਣ ਕੀ ਮੰਗ ਕਰਦਾ? ਕਿਉਂਕਿ ਜਿਸ ਤਰੀਕੇ ਨਾਲ FIR ਦਰਜ ਕਰਾਈ ਗਈ ਹੈ, ਹੋਰ ਵੀ ਪਰਿਵਾਰ ਜਿਹੜੇ ਆ, ਕਿਹਾ ਜਾ ਰਿਹਾ ਕਿ 7 ਦੇ ਕਰੀਬ ਜਿਹੜੇ ਮਰੀਜ਼ ਸੀਗੇ ਜਿਨ੍ਹਾਂ ਦੀ ਮੌਤ ਹੋਈ ਆ, ਕੀ ਪਰਿਵਾਰ ਕੀ ਮੰਗ ਕਰਦਾ ਹੁਣ? ਅਸੀਂ ਤਾਂ ਸਰ ਐਂ ਕਹਿੰਦੇ ਆ, ਜੋ ਸਾਡੇ ਨਾਲ ਹੋਇਆ ਉਹ ਹੋਰਾਂ ਨਾਲ ਨਾ ਹੋਏ। ਕੀ ਲੱਗਦਾ ਹੈ? ਬਿੱਲ ਵੀ ਹੁਣੇ ਦਿਖਾ ਰਹੇ ਨੇ, ਜੋ ਮੈਡੀਸਨਸ ਜਿਹੜੀਆਂ ਬਾਹਰੋਂ ਮੰਗਾਈਆਂ ਗਈਆਂ ਨੇ, ਇੱਕ ਪਾਸੇ ਸਰਕਾਰ ਜੋ ਹੈ ਕਹਿ ਰਹੀ ਆ ਕਿ ਅਸੀਂ ਪ੍ਰਬੰਧ ਕਰ ਰਹੇ ਹਾਂ ਸਾਰੇ। ਤਾਂ ਮੈਂ ਸਾਡੇ ਕੈਮਰਾਮੈਨ ਨੂੰ ਕਹੂੰਗਾ ਕਿ ਨੇੜੇ ਆ ਕੇ ਜਿਹੜੇ ਆ ਇਹ ਬਿੱਲ ਸਾਡੇ ਦਰਸ਼ਕਾਂ ਨੂੰ ਦਿਖਾ ਦਿੱਤੇ ਜਾਣ, ਕਿਸ ਤਰੀਕੇ ਦੇ ਨਾਲ ਇਹ ਬਿੱਲ ਜੋ ਨੇ, ਇਹ ਬਿੱਲ ਤੁਸੀਂ ਦੇਖ ਸਕਦੇ ਹੋ। ਤਾਂ ਇਹ ਬਿੱਲ ਤੁਸੀਂ ਦੇਖ ਸਕਦੇ ਹੋ। ਤਾਂ ਇਹ ਸਾਰੀਆਂ ਫਾਰਮੇਸੀ ਦੇ ਬਿੱਲ ਨੇ, ਕੈਮਿਸਟ ਦੇ ਬਿੱਲ ਨੇ, ਇਹ ਸਾਰੇ ਬਾਹਰ ਦੇ ਬਿੱਲ ਨੇ। ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਕੋਵਿਡ ਮਰੀਜ਼ਾਂ ਦੇ ਲਈ ਅਸੀਂ ਜੋ ਹੈ ਪ੍ਰਬੰਧ ਕਰ ਰਹੇ ਹਾਂ, ਮੈਡੀਸਨ ਦਾ ਪ੍ਰਬੰਧ ਅਸੀਂ ਕਰ ਰਹੇ ਹਾਂ, ਸਭ ਅਸੀਂ ਕਰ ਰਹੇ ਹਾਂ, ਪਰ ਇਹ ਬਿੱਲ ਤੁਸੀਂ ਦੇਖ ਸਕਦੇ ਹੋ। ਬਿੱਲ ਪਏ ਨੇ ਹਾਂਜੀ। ਤਾਂ ਕਹਿ ਰਹੇ ਆ ਕਿ ਇਹ ਤਾਂ ਸਿਰਫ ਕੁਝ ਕੁ ਬਿੱਲ ਨੇ, ਕੱਲ੍ਹ ਜਾਂ ਪਰਸੋਂ ਦੇ ਬਿੱਲ ਨੇ, ਤਾਂ ਹੋਰ ਵੀ ਕਈ ਬਿੱਲ ਪਏ ਨੇ। ਕਾਫੀ ਪਰਿਵਾਰ ਨੇ ਜਿਹੜੇ 7 ਦੇ ਕਰੀਬ ਪਰਿਵਾਰ ਨੇ ਜਿਨ੍ਹਾਂ ਨੇ FIR ਦਰਜ ਕਰਾਈ ਆ। ਪ੍ਰਸ਼ਾਸਨ ਨਾਲ ਤੁਸੀਂ ਕਹਿ ਰਹੇ ਹੋ, ਪ੍ਰਸ਼ਾਸਨ ਡਾਕਟਰਸ ਦੀ ਬੋਲੀ ਬੋਲਦਾ ਸੀ, ਡਾਕਟਰਸ ਕੀ ਕਹਿ ਰਹੇ ਨੇ? ਡਾਕਟਰ ਤਾਂ ਕੁਝ ਨਹੀਂ ਕਹਿ ਰਹੇ। ਡਾਕਟਰ ਕਹਿੰਦੇ ਵੀ ਹੁਣ ਅਸੀਂ ਸਾਡੀ ਗਲਤੀ, ਸਾਡਾ ਕੀ ਕਸੂਰ ਹੈ ਜੇ ਲਾਈਟ ਹੀ ਚਲੀ ਗਈ, ਵੀ ਸਾਡਾ ਕੰਮ ਹੈ, ਅਸੀਂ ਤਾਂ ਮਰੀਜ਼ ਨੂੰ ਦੇਖਣਾ, ਮੈਡੀਸਿਨ ਦੇਣੀ ਜਾਂ ਉਹ ਕਰਨਾ। ਹੁਣ ਲਾਈਟ ਸਾਡੇ ਹੱਥ 'ਚ ਨਹੀਂ ਹੈ। ਵੀ ਭਰਾ ਸਰ ਦੋਨੇ ਭਰਾ ਇਹਨਾਂ ਦੀ ਅਣਗਹਿਲੀ ਕਰਕੇ ਹੀ ਗਏ ਆ, ਸਾਡਾ ਤਾਂ ਘਰ ਬਰਬਾਦ ਹੋ ਗਿਆ, ਇਹਨਾਂ ਕਰਕੇ ਹੀ ਹੋਇਆ। ਨਹੀਂ ਤਾਂ ਹੱਸਦਾ ਖੇਲਦਾ ਪਰਿਵਾਰ ਸੀ, ਵਧੀਆ ਸੀ ਬਿਲਕੁਲ। ਉੱਥੇ ਜਾ ਕੇ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਇਹਨਾਂ ਨੇ ਕਿਆ ਕਰਿਆ ਕਿਆ ਨਹੀਂ ਕੀਤਾ, ਕੁਝ ਨਹੀਂ ਪਤਾ। ਪਿੰਡ ਵਾਸੀ ਵੀ ਬੈਠੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਕਹਿਣਾ ਜੀ, ਤੁਹਾਡਾ ਕੀ ਕਹਿਣਾ? ਕਿਉਂਕਿ FIR ਵੀ ਹੁਣ ਦਰਜ ਕਰਾਈ ਗਈ ਹੈ, ਲੱਗਦਾ ਇਨਸਾਫ ਮਿਲੂਗਾ? ਭਾਜੀ ਕਿ ਗਾਹਾਂ ਨੂੰ ਨਾ ਆਇਆ ਜੀ, ਕਿਸੇ ਗੱਲ ਹੋਇਆ ਜਿਹੜੀ ਸੰਭਾਲੀ ਗੱਲ ਹੋਈ ਹੈ ਜੀ। ਹਾਂਜੀ ਮਿਲਣਾ ਚਾਹੀਦਾ ਜੀ, ਜਿਨ੍ਹਾਂ ਨੇ ਗਲਤੀਆਂ ਕਰੀਆਂ ਜੀ। ਜਨਰੇਟਰ ਹੋਣੇ ਚਾਹੀਦੇ ਆ ਉੱਥੇ, ਕਿਉਂਕਿ ਜੇ ਲਾਈਟ ਜਾਂਦੀ ਹੈ ਤਾਂ ਜਨਰੇਟਰ ਜ਼ਰੂਰ ਹੋਣੇ ਚਾਹੀਦੇ ਆ। ਜਿਹੜੇ ਵੈਂਟੀਲੇਟਰ ਤੇ ਪਏ ਆ ਉਹ ਤਾਂ ਫਿਰ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾ ਉਹਨਾਂ ਨੂੰ, ਤਾਂ ਉਹ ਤਾਂ ਘੜੀ ਦੀ ਘੜੀ ਚਲੀ ਜਾਣੇ ਜੇ ਲਾਈਟ ਚਲੀ ਗਈ। ਜਨਰੇਟਰ ਨਹੀਂ ਸੀ ਜੀ, ਪ੍ਰਬੰਧ ਨਹੀਂ ਸੀ। ਜਨਰੇਟਰ ਪ੍ਰਬੰਧ ਹੋਣਾ, ਕੁਝ ਵੀ ਹੋਣਾ, ਪਰ ਉਸ ਟਾਈਮ ਨਹੀਂ ਚੱਲਿਆ। ਉਸ ਟਾਈਮ ਨਹੀਂ, ਮਤਲਬ ਕਿ ਘੰਟੇ 2 ਲਾਈਟ ਨਹੀਂ ਆਈ। ਜੇ ਅਗਰ ਅਕਸਰ ਇੰਨਾ ਵੱਡਾ ਹਸਪੀਟਲ ਹੋਏਗਾ ਤਾਂ ਹੈ ਕੁਛ ਨਾ ਕੁਛ, ਪਰ ਤਾਰਾਂ ਵੀ ਕਿਤੇ ਨਾ ਕਿਤੇ ਸੜੀਆਂ। ਉਹ ਮੇਰੇ ਕੋਲ ਤਾਂ ਨਹੀਂ, ਉਹ ਮੁੰਡਾ ਜਿਹਨੇ ਫੋਨ ਨੰਬਰ ਦਿੱਤਾ ਨਾ, ਉਹਨੇ ਪੂਰੀ ਵੀਡੀਓ ਬਣਾਈ ਹੋਈ ਹੈ, ਕਿਤੇ ਅੱਗ ਲੱਗੀ ਹੈ ਤਾਰਾਂ ਨੂੰ, ਮਤਲਬ ਕਿ ਸਪਾਰਕ ਹੋਇਆ। ਸਿਸਟਮ ਜਿਹੜਾ ਇਹਨਾਂ ਦਾ ਜਨਰੇਟਰਾਂ ਦਾ ਜਾਂ ਉਹਦਾ ਹੀ, ਉਹ ਵੀ ਮਤਲਬ ਕਿ ਹੋ ਗਿਆ, ਉਹ ਤਾਰਾਂ ਸੜਨ ਕਰਕੇ ਪੇੜ ਪੂੜ ਗਿਰਿਆ, ਦਰਖਤ ਤਾਰਾਂ ਤੁਰਾਂ ਟੁੱਟੀਆਂ। ਮਤਲਬ ਕਿ ਵੀ ਲਾਈਟ ਕਹਿਣ ਦਾ ਮਤਲਬ ਆਈ ਨਹੀਂ, ਲਾਈਟ ਨਾ ਆਉਣ ਦੀ ਵਜ੍ਹਾ ਨਾਲ ਇਹ ਕੰਮ ਹੋਇਆ। ਕੀ ਲੱਗਦਾ ਵੀ ਕਿਤੇ ਨਾ ਕਿਤੇ ਹਸਪਤਾਲ ਪ੍ਰਸ਼ਾਸਨ ਦੀ ਜੋ ਅਣਗਹਿਲੀ ਆ ਉਹ ਰਹੀ ਆ? ਉਹ ਹੈ ਹੀ ਹੈ। ਤਾਂ ਸਾਰੇ ਅਗਰ ਬਾਈ ਚਾਂਸ ਜੀ ਕੋਈ ਪ੍ਰਬੰਧ ਹੁੰਦਾ ਉਹਨਾਂ ਦਾ, ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਹ ਇਹਨਾਂ ਦੇ ਫਾਦਰ ਸਾਹਿਬ ਨੇ ਤੇ ਇਹਨਾਂ ਦੇ ਮਦਰ ਨੇ, ਇਸੇ ਮਹੀਨੇ 13 ਤਰੀਕ ਨੂੰ ਗੁਜ਼ਰੇ ਨੇ। ਤੇ ਉਸ ਤੋਂ ਬਾਅਦ
ਇਹਨਾਂ ਦੇ ਬ੍ਰਦਰ ਦੀ ਜਿਹੜੀ ਆ 26 ਮਈ ਨੂੰ ਡੈਥ ਹੋਈ ਸੀ। 13 ਮਈ 2021 ਨੂੰ ਮਦਰ ਦੀ ਡੈਥ ਹੁੰਦੀ ਆ। ਉਸ ਤੋਂ ਬਾਅਦ 26 ਮਈ 2021 ਨੂੰ ਇਹਨਾਂ ਦੇ ਬੇਟੇ ਇਸ ਭੈਣ ਜੋ ਸਾਡੇ ਨਾਲ ਬੈਠੇ ਹੋਏ ਸੀ, ਇਹਨਾਂ ਦੇ ਬ੍ਰਦਰ ਦੀ ਡੈਥ ਹੁੰਦੀ ਆ ਤੇ ਅੱਜ ਇੱਕ ਹੋਰ ਬ੍ਰਦਰ ਜਿਨ੍ਹਾਂ ਦੀ ਡੈਥ ਹੋਈ ਆ। ਕਰੀਬ 3 ਪਰਿਵਾਰਕ ਮੈਂਬਰ ਜਿਹੜੇ ਆ ਛੱਡ ਕੇ ਚਲੇ ਗਏ ਨੇ ਕੋਵਿਡ ਕਰਕੇ, ਤੇ ਹਸਪਤਾਲ ਦੀ ਅਣਗਹਿਲੀ ਵੀ ਜਿਹੜੀ ਆ ਇਹ ਦੱਸ ਰਹੇ ਨੇ। ਇੱਕ ਮੈਸੇਜ ਜਿਹੜਾ ਆ ਦਿਖਾਇਆ ਜਾ ਰਿਹਾ, ਇਹ ਹੈ ਜਿਹੜੀ ਮਤਲਬ ਕਿ ਪਹਿਲੇ ਅਸੀਂ ਟੈਸਟ ਕਰਾਇਆ ਸੀ, ਇਹ ਨੈਗੇਟਿਵ ਸੀ। ਥੋੜਾ ਮਾੜਾ ਮੋਟਾ ਪੱਥਰੀ ਸੀ ਮੁੰਡੇ ਦੇ, ਇਨਫੈਕਸ਼ਨ ਸੀ, ਉਹਦੇ ਕਰਕੇ ਇਹ ਹੁਣ ਵਾਲਿਆਂ ਦੀ ਆ ਰਿਪੋਰਟ ਜਾਂ ਪਹਿਲਾਂ ਵਾਲਿਆਂ ਦੀ? ਇਹ ਪਹਿਲੇ ਹੀ, ਫਿਰ ਇਹਨਾਂ ਨੇ 32 ਵਾਲਿਆਂ ਨੇ ਇੱਥੇ ਰਿਪੋਰਟ ਇਹਨਾਂ ਨੇ ਪੋਜ਼ਿਟਿਵ ਕੱਢਤਾ। ਇਹ ਪਹਿਲੇ ਤੁਹਾਡੇ ਸਾਹਮਣੇ ਪਈ ਹੈ ਰਿਪੋਰਟ, ਇਹ ਨੈਗੇਟਿਵ ਸੀ। ਤੇ ਕੀ ਲੱਗਦਾ ਜਾਣਬੁੱਝ ਕੇ ਕੱਢਿਆ ਗਿਆ ਜਾਂ ਸਵਾਲ ਖੜੇ ਕਰਦੇ ਹੋ ਤੁਸੀਂ? ਕੀ ਕਹਿ ਰਹੇ ਹੋ? ਮਤਲਬ ਇਹ ਹੈ ਵੀ ਮੈਂ ਜਿੰਨਾ ਵੀ ਦੇਖਿਆ, ਜਿਹੜਾ ਵੀ ਜਾਂਦਾ ਉੱਥੇ ਮੇਰੇ ਹਿਸਾਬ ਨਾਲ ਨਾ 100 ਚੋਂ ਕੋਈ 5-7 ਹੈ ਜਿਹੜੇ ਨਹੀਂ ਤਾਂ ਸਾਰੇ ਹੀ ਉਹ ਜਿੰਨੇ ਵੀ ਟੈਸਟ ਕੀਤੇ ਉਹਨਾਂ ਨੇ ਮੇਰੇ ਸਾਹਮਣੇ ਕਿਸੇ ਹੋਰ ਦੇ ਜਾਂ ਕਿਸੇ ਦੇ ਵੀ ਉਹ ਪੋਜ਼ਿਟਿਵ ਹੀ ਕੱਢ ਰਿਹਾ। ਕੀ ਕਾਰਨ ਹੋ ਸਕਦਾ, ਕਿਉਂ ਪੋਜ਼ਿਟਿਵ ਕੱਢ ਰਹੇ ਆ? ਉਹ ਤਾਂ ਕਹਿ ਰਿਹਾ ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲ ਰਹੇ, ਸਗੋਂ ਸਾਡੀਆਂ ਸਮੱਸਿਆਵਾਂ ਵਧਣਗੀਆਂ, ਅਸੀਂ ਤਾਂ ਜੋ ਆ ਰਹੇ ਉਹਨਾਂ ਦਾ ਇਲਾਜ ਕਰ ਰਹੇ ਹਾਂ। ਇਲਾਜ ਕੁਛ ਨਹੀਂ ਜੀ, ਹੁਣ ਕਿਆ ਕਹਿ ਸਕਦੇ ਹਾਂ, ਇਹ ਤਾਂ ਸਾਨੂੰ ਵੀ ਨਹੀਂ ਪਤਾ, ਪਰ ਇੰਨਾ ਵੀ ਹੁਣ ਤੁਹਾਡੇ ਸਾਹਮਣੇ ਰਿਪੋਰਟ ਪਈ ਹੈ ਵੀ। ਰਾਤ ਜਦੋਂ ਡੈਥ ਹੁੰਦੀ ਆ ਤੁਹਾਨੂੰ ਬੋਡੀ ਫਿਰ ਕਦੋਂ ਦਿੱਤੀ ਜਾਂਦੀ ਹੈ? ਬੋਡੀ ਸਵੇਰੇ ਦਿੱਤੀ ਸਾਨੂੰ, ਮਤਲਬ ਕਿ ਰਾਤ ਡੈਥ ਹੋ ਗਈ ਸੀ, ਪਤਾ ਲੱਗ ਗਿਆ ਸੀ ਕਿਉਂ ਉਹਦੇ ਤੇ ਵੈਂਟੀਲੇਟਰ ਸਾਰਾ ਕੁਝ ਆਂਦਾ, ਹਾਰਟ ਬੰਦ ਹੋ ਗਿਆ ਕੰਮ ਕਰਨਾ। ਇੰਨੇ ਤਾਂ ਅਸੀਂ ਅਨਪੜ੍ਹ ਹੈ ਨਹੀਂ, ਦੇਖ ਰਿਹਾ ਸੀ ਮੈਂ ਵੀ ਆਕਸੀਜਨ ਲੈਵਲ ਕਿੰਨਾ ਹੈ ਤੇ ਕੀ ਚੀਜ਼ ਹੈ, ਡੈਥ ਹੋ ਗਈ। ਫਿਰ ਇਹਨਾਂ ਨੇ ਕਿਹਾ ਵੀ ਅਸੀਂ ECG ਕਰਨੀ ਹੈ, ਪਰ ਉਹ ਕਲੀਅਰ, ਮੈਂ ਕਿਹਾ ਜੀ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਮੈਨੂੰ ਕਲੀਅਰ ਦੱਸੋ ਵੀ ਹੈ ਜਾਂ ਡੈਥ ਹੋ ਗਈ। ਉਹ ਇੱਕ ਕਹਿਣ ਲੱਗੀ ਵੀ ਹਾਂ ਡੈਥ ਤਾਂ ਹੋ ਗਈ, ਪਰ ਅਸੀਂ ਡਿਕਲੇਅਰ ਜਦ ਕਰਾਂਗੇ ਜਦ ECG ਹੋ ਜਾਏਗੀ। ਇਹ ਤਾਂ ਇਹਨਾਂ ਦਾ ਪੁਆਇੰਟ ਹੀ, ਪਤਾ ਤਾਂ ਇਹਨੂੰ ਪਹਿਲੇ ਲੱਗ ਜਾਂਦਾ, ਜਦ ਕਿ ਇਹਨਾਂ ਨੇ ਫਾਈਲ ਪਹਿਲੇ ਬਣਾਤੀ ਸੀ। ਫਿਰ ECG ਵਾਲਿਆਂ ਨੂੰ 2 ਫੋਨ ਕੀਤੇ, ਉਹਨਾਂ ਨੇ ਪਹਿਲੇ ਕੀਤਾ, ਨਹੀਂ ਆਇਆ, ਘੰਟੇ 2 ਘੰਟੇ ਬਾਅਦ ਉਹ ਆਇਆ, ਫਿਰ ECG ਕਰਕੇ ਫਿਰ ਇਹਨਾਂ ਡਿਕਲੇਅਰ ਕਰਤਾ ਵੀ ਹਾਂ, ਫਿਰ ਲਾਸਟ ਸਵੇਰੇ ਦਿੱਤੀ ਇਹਨਾਂ ਨੇ ਲਾਸ਼ ਬਹੁਤ ਔਖੀ ਦੀ ਹੈ ਜੀ। ਕੀ ਕਹਿੰਦੇ ਸੀ? ਇਉਂ ਕਹਿੰਦੇ ਤੇ ਜੀ, ਕਹਾ ਵੀ ਹਜੇ ਨਹੀਂ ਦਿੰਦੇ ਹੈ। ਕੀ ਕਾਰਨ ਕੀ ਕਹਿੰਦੇ ਸੀ, ਕੀ ਕਾਰਨ ਦੱਸਦੇ ਸੀ? ਕਾਰਨ ਕਹਿੰਦੇ ਤੇ ਵੀ ਠਹਿਰ ਕੇ ਵੀ ਕਰੋਨਾ ਹੈ ਜੀ, ਇਸ ਕਰਕੇ। ਜਦੋਂ ਲਾਸ਼ ਲੈ ਕੇ ਆਏ ਹੋ, ਅੱਜ ਹੀ ਜਿਹੜਾ ਸੰਸਕਾਰ ਹੋਇਆ, ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਹੀ ਜਿਹੜਾ ਸੰਸਕਾਰ ਜਿਹੜਾ ਹੋਇਆ, ਕੀ ਕਹਿ ਰਹੇ ਸੀ ਹਸਪੀਟਲ ਪ੍ਰਸ਼ਾਸਨ, ਕੀ ਕਹਿ ਰਿਹਾ ਸੀ? ਤੇ ਨਾ ਲਾਸ਼ ਪਿੱਛੇ ਹੀ ਵੀ ਇਹ ਕੋਵਿਡ ਪੋਜ਼ਿਟਿਵ ਹੈ, ਵੀ ਇੱਥੇ ਹੀ ਸੰਸਕਾਰ ਹੋਏਗਾ, ਅਸੀਂ ਲਾਸ਼ ਦੇਣੀ ਨਹੀਂ। ਫਿਰ ਅਸੀਂ ਕਿਹਾ ਵੀ ਲਾਸਟ ਇਹ ਹੈ ਵੀ ਜ਼ਰੂਰੀ ਸਾਨੂੰ ਲਾਸ਼, ਸਰਪੰਚ ਨੂੰ ਲੈ ਕੇ ਗਏ ਹਸਪੀਟਲ ਇੱਥੇ ਬਨੂੜ, ਉੱਥੋਂ ਲਿਖਾ ਕੇ ਲੈ ਕੇ ਰਿਕੁਐਸਟ ਕਰੀ, ਚਲੋ ਅਸੀਂ ਸੰਸਕਾਰ ਵੀ ਆਪਣਾ ਪੂਰੀ PPE ਕਿੱਟ ਪਾ ਕੇ ਮਤਲਬ ਕਿ ਪੂਰੇ ਧਿਆਨ ਦੇ ਨਾਲ ਸੰਸਕਾਰ ਕੀਤਾ। ਮਤਲਬ ਕਿ ਬਾਕੀ ਔਖੀ, ਮਤਲਬ ਬੜੀ ਔਖੀ ਦੀ ਉਹਨਾਂ ਨੇ ਡੈਡ ਬੋਡੀ, ਉਹ ਕਹਿੰਦੇ ਵੀ ਅਸੀਂ ਇੱਥੇ ਆਪ ਹੀ ਉਹ ਕਰਾਂਗੇ, ਪਰ ਅਸੀਂ ਲੈ ਕੇ ਜਿੱਦ ਕਰਕੇ ਲੈ ਕੇ ਸਰਪੰਚ ਨੂੰ ਲੈ ਕੇ ਇੱਥੋਂ ਲਿਖਾ ਕੇ ਲੈ ਗਏ ਹਸਪੀਟਲ 'ਚੋਂ, ਫਿਰ ਉਹਨਾਂ ਨੇ ਡੈਡ ਬੋਡੀ ਦਿੱਤੀ। ਤਾਂ ਦੋਵੇਂ ਭਰਾਵਾਂ ਦੀ ਜਿਹੜੀ ਆ ਤਸਵੀਰ ਆ, ਮੈਂ ਕੈਮਰਾਮੈਨ ਨੂੰ ਚਾਹੂੰਗਾ ਕਿ ਦਿਖਾ ਦਿੱਤੀ ਜਾਵੇ। ਇਹ ਇਹਨਾਂ ਦੇ ਮਦਰ ਨੇ, ਇਹਨਾਂ ਦੀ ਡੈਥ 13 ਮਈ 2021 ਨੂੰ ਹੋਈ ਹੈ, ਤੇ ਇੱਕ ਇਹਨਾਂ ਚੋਂ ਜਿਹੜੇ ਦੋਵੇਂ ਭਰਾ ਨੇ, ਇਹ ਵੱਡੇ ਨੇ, ਇਹਨਾਂ ਦੀ 26 ਮਈ ਨੂੰ ਡੈਥ ਹੋਈ ਸੀ, ਤੇ ਇਹਨਾਂ ਦੀ ਅੱਜ ਜਿਹੜੀ ਆ ਕੱਲ ਰਾਤ ਡੈਥ ਹੋਈ ਆ ਜਦੋਂ ਝੱਖੜ ਆਇਆ। ਉਸ ਤੋਂ ਬਾਅਦ ਵੈਂਟੀਲੇਟਰ ਜਿਹੜੇ ਆ ਉਹ ਬੰਦ ਹੋ ਗਏ ਸੀ, ਵੈਂਟੀਲੇਟਰ ਬੰਦ ਹੋ ਗਏ ਸੀ 32 ਦੇ ਹਸਪੀਟਲ ਦੇ, ਜਿਸ ਤੋਂ ਬਾਅਦ 7 ਲੋਕਾਂ ਦੀ ਮੌਤ ਜਿਹੜੀ ਆ ਔਨ ਰਿਕਾਰਡ ਜੋ ਦੱਸਿਆ ਜਾ ਰਿਹਾ, 7 ਲੋਕਾਂ ਦੀ ਮੌਤ ਹੋਈ ਆ, ਹੋਰ ਵੀ ਹੋ ਸਕਦੇ ਆ। ਕਿਹੜੇ ਵਾਰਡ ਦੇ ਵਿੱਚ ਦਾਖਲ ਸੀਗੇ, ਕਿੰਨੇ ਲੋਕ ਜਿਹੜੇ ਆ ਉੱਥੇ? ਤੀਜੀ ਮੰਜ਼ਿਲ 'ਚ ਜੀ, 31-32 ਨੰਬਰ ਵਾਰਡ ਹੈ, ਇੱਕ ICU ਇੱਧਰ 31 ਨੰਬਰ ਵਾਰਡ ਹੈ, 2 31 ਨੰਬਰ ਵਾਰਡ 'ਚ 31-32 'ਚ, ਬਾਕੀ 5 ICU 'ਚ। ਬਾਕੀ ਇੰਨੀ ਵੱਡੀ ਬਿਲਡਿੰਗ ਹੈ, ਪਤਾ ਨਹੀਂ ਕਿੰਨੇ ਕੁ ਮਰੇ ਹੁਣ, ਇਹ ਨਹੀਂ ਮੈਨੂੰ ਪਤਾ, ਮਤਲਬ 7 ਦਾ ਤਾਂ ਮੈਨੂੰ ਪਤਾ। ਫਿਰ ਜਿਸ ਟਾਈਮ ਅਸੀਂ ਡੈੱਡ ਬੋਡੀ ਲੈ ਕੇ ਉਹਦੇ 'ਚ ਗਏ, ਕਿੰਨੇ ਜਾਣੇ ਹੋਰ ਕਿੰਨੇ ਸੀਗੇ ਉੱਥੇ ਦਾਖਲ, ਕਿੰਨੇ ਮਰੀਜ਼ ਸੀਗੇ? ਕਿੱਥੇ ਜੀ? ਜਿੱਥੇ ਇਹਨਾਂ ਦੀ ਡੈਥ ਹੋਈ ਆ, ਤੁਹਾਡੇ ਧਿਆਨ 'ਚ ਹੋਊਗਾ, ਉਸ ਵਾਰਡ ਦੇ ਵਿੱਚ ਕਿੰਨੇ ਲੋਕ ਦਾਖਲ ਸੀਗੇ, ਕਿੰਨੇ ਮਰੀਜ਼ ਦਾਖਲ ਸੀ ਉੱਥੇ 'ਚ ਇਸ ਟਾਈਮ 3-4 ਮਰੀਜ਼ ਹੀ ਹੋਰ ਤੇ ਦਾਖਲ ਹੀ। ਉਹ ਤਾਂ ਚਲੋ ਉਹ ਤੇ ਇੱਕ ਹੀ ਗਿਆ, ਬਾਕੀ ਉਹ ਠੀਕ ਤੇ ਦੂਜੇ। ਤੇ ਜਿਹੜੇ ਡੈੱਡ ਬੋਡੀ ਜਿੱਥੇ ਲੈ ਕੇ ਜਾਂਦੇ ਹੋ, ਉੱਥੇ ਕਮ ਸੇ ਕਮ ਜਦ ਅਸੀਂ ਕਮਰੇ 'ਚ ਗਏ ਨਾ, ਕਹਿੰਦੇ ਵੀ ਅੰਦਰ ਲਾ ਦਿਓ ਜਿੰਨ ਤੱਕ ਫਾਰਮੈਲਿਟੀ ਪੂਰੀ ਨਹੀਂ ਹੁੰਦੀ। ਉਹ ਪੂਰਾ ਕਮਰਾ ਭਰਿਆ ਹੋਇਆ ਤਾਂ ਡੈੱਡ ਬੋਡੀ ਦਾ, ਕਮ ਸੇ ਕਮ ਨਹੀਂ ਉੱਥੇ 10-15 ਡੈੱਡ ਬੋਡੀਆਂ ਸੀ।
ਕੋਈ ਆਂਦਾ ਹੈ ਜਿਸ ਤਰ੍ਹਾਂ ਲੈ ਕੇ ਜਾਂਦਾ ਹੈ, ਉਹ ਵੀ ਲੈ ਕੇ ਗਏ। ਜਿਹੜੇ ਬੰਦਿਆਂ ਨੇ ਤੁਹਾਨੂੰ ਫੋਨ ਨੰਬਰ ਦਿੱਤਾ ਉਹਨਾਂ ਰਿਕੁਐਸਟ ਕਰੀ, ਉਹ ਵੀ ਆਪਣੀ ਫਾਰਮੈਲਿਟੀ ਜੋ ਵੀ ਇਹਨਾਂ ਨੇ ਕਿਹਾ ਕਰਕੇ ਪੂਰੀ, ਉਹ ਵੀ ਡੈੱਡ ਬੋਡੀ ਲੈ ਕੇ ਗਏ। ਤੇ ਫਿਰ ਅਸੀਂ ਵੀ ਲੈ ਕੇ ਗਏ ਸਰਪੰਚ ਨੂੰ ਬੋਲ ਕੇ ਇੱਥੇ ਉਹ ਕਰਕੇ ਵੀ ਉਹ ਕਮਰੇ 'ਚ, ਉਹ ਕਮਰਾ ਡੈੱਡ ਬੋਡੀਆਂ ਦਾ ਭਰਿਆ ਪਿਆ ਸੀ। ਹੁਣ ਇੱਕ ਵਾਰਡ 'ਚ, ਇੱਕ ਮੰਜ਼ਿਲ 'ਤੇ ਇੱਕ ਵਾਰਡ 'ਚ ਇੰਨੀ ਹੈ, ਤੇ ਏਡਾ ਵੱਡਾ ਹਸਪੀਟਲ ਹੈ, ਉਹ ਕਿੰਨੀ ਹੋਰ ਕੀ ਪਤਾ ਸਾਨੂੰ, ਅਸੀਂ ਘੁੰਮ ਕੇ ਤਾਂ ਦੇਖਣ ਵੀ ਕਿੰਨੀ ਮੌਤਾਂ ਹੋਈ ਹੋਣੀਆਂ ਉੱਥੇ ਸਿਰਫ ਲਾਈਟ ਦੀ ਤੁਸੀਂ ਵਜ੍ਹਾ ਪਹਿਲਾਂ ਵੀ ਇਹ ਦਰਦ ਜਿਹੜਾ ਆ ਹੰਢਾ ਰਹੇ ਹੋ, ਕਿਉਂਕਿ ਪਹਿਲਾਂ ਵੀ 2 ਮੌਤਾਂ ਤੁਹਾਡੇ ਪਰਿਵਾਰ ਦੇ ਵਿੱਚ ਹੋ ਚੁੱਕੀਆਂ। ਇਹਨਾਂ ਦੇ ਮਦਰ ਤੇ ਪਹਿਲਾਂ ਜਿਹੜੇ ਬ੍ਰਦਰ ਸੀਗੇ, ਜਦੋਂ ਉਹਨਾਂ ਦੀ ਮੌਤ ਹੁੰਦੀ ਆ ਉਦੋਂ ਵੀ ਹਸਪਤਾਲ ਦਾ ਜੋ ਰਵੱਈਆ ਸੀ ਉਹ ਇਸ ਤਰ੍ਹਾਂ ਦਾ ਸੀ ਜਾਂ ਠੀਕ ਸੀ? ਉਦੋਂ ਰਵੱਈਆ ਕਿਸ ਤਰ੍ਹਾਂ ਦਾ ਸੀ? ਉਦੋਂ ਕੋਈ ਮੁਸ਼ਕਲ ਆਈ? ਉਦੋਂ ਅਸੀਂ 32 ਜਣੀ ਲੈ ਗਏ ਇਹਨਾਂ ਨੂੰ। ਉਦੋਂ ਇਹਨਾਂ ਦੇ ਫਾਦਰ ਨੂੰ ਲੈ ਗਏ 16 'ਚ। 16 ਵਾਲਿਆਂ ਨੂੰ 3-4 ਦਿਨ ਤਾਂ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ, ਮਤਲਬ ਕਿ ਬਿਮਾਰੀ ਦਾ ਹੀ ਨਹੀਂ ਪਤਾ ਲੱਗਿਆ। ਜਦ ਕਿ ਹੈ ਕੁਛ ਨਹੀਂ, ਪੈਰ ਤੇ ਕੁਛ ਹੋਇਆ ਸੀ ਜਾਂ ਜ਼ਹਿਰੀਲੇ ਕੀੜੇ ਨੇ ਕੱਟਿਆ, ਕੁਛ ਵੀ ਲਾ ਲਓ। ਉਹ ਪੈਰ ਤੇ ਥੋੜਾ ਵੱਧਦਾ ਇਨਫੈਕਸ਼ਨ ਵੱਧ ਗਿਆ, ਤਕਲੀਫ ਹੋਈ। 16 ਚ ਲੈ ਗਏ। 16 ਵਾਲਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਈ ਦਿਨ। ਫਿਰ ਮਾਮਾ ਆਇਆ ਮੇਰਾ, ਉਹਨਾਂ ਨੇ ਪੀਜੀਆਈ ਰੈਫਰ ਕਰਾਇਆ। ਪੀਜੀਆਈ ਵਾਲਿਆਂ ਨੇ ਕਹਿੰਦੇ ਵੀ 24 ਘੰਟੇ ਕੱਢਦੇ, ਫਿਰ ਤਾਂ ਕੋਈ ਦਿੱਕਤ ਨਹੀਂ। 24 ਨਹੀਂ ਗੱਲ ਕਰ ਰਿਹਾ ਨਾ ਇਹਨਾਂ ਦੇ ਮਦਰ ਤੇ ਇਸ ਵੇਲੇ ਕੋਈ ਹੋਰ ਸਮੱਸਿਆ? ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਰਾਤ ਹਸਪਤਾਲ ਪ੍ਰਸ਼ਾਸਨ ਦਾ ਰਵੱਈਆ ਜੋ ਆ ਉਹ ਠੀਕ ਨਹੀਂ ਸੀ, ਨਾਲ ਜਿਸ ਤਰੀਕੇ ਨਾਲ ਤੁਸੀਂ ਆਖ ਰਹੇ ਹੋ ਕਿ ਜੋ ਰੱਖੇ ਹੋਏ ਨੇ ਕੇਅਰ ਕਰਨ ਦੇ ਲਈ, ਹੈ ਨਾ, ਰੱਖੇ ਹੋਏ ਨੇ ਜੋ ਵੀ ਨੇ, ਹੈ ਨਾ, ਤਾਂ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਰਵੱਈਆ ਵੀ ਠੀਕ ਨਹੀਂਗਾ, ਪੈਸੇ ਲੈਂਦੇ ਨੇ ਉਹ। ਤੇ ਕੀ ਲੱਗਦਾ ਜੋ ਪਹਿਲਾਂ ਇਹਨਾਂ ਦੇ ਮਦਰ ਦਾਖਲ ਸੀਗੇ ਜਾਂ ਇਹਨਾਂ ਦੇ ਵੱਡੇ ਬ੍ਰਦਰ ਸੀਗੇ, ਉਦੋਂ ਵੀ ਅਜਿਹਾ ਰਵੱਈਆ ਰਿਹਾ ਹਸਪਤਾਲ ਪ੍ਰਸ਼ਾਸਨ ਦਾ? ਬਿਲਕੁਲ ਤਾਂ ਬਿਲਕੁਲ ਨਹੀਂ ਪੁੱਛਿਆ ਜੀ ਉਹਨਾਂ ਨੇ। ਮੈਂ ਕਹਿੰਦੀ ਹੁੰਦੀ ਸੀ ਜਾ ਕੇ ਗਲੂਕੋਜ਼ ਲਗਾ ਦਿਓ, ਗਲੂਕੋਜ਼ ਲਗਾਉਂਦੇ ਸੀ, ਫਿਰ ਐਵੇਂ ਲੱਗਿਆ ਰਹਿੰਦਾ ਸੀ। ਕਹਿੰਦੇ ਸੀ ਵੀ ਇਹਨੂੰ ਕੱਢ ਦਿਓ, ਕੋਈ ਨਹੀਂ ਸੀ ਸੁਣਦਾ, ਬਸ ਐਵੇਂ ਸਿੱਧੇ ਲੰਘ ਜਾਂਦੀ ਸੀ, ਕੋਈ ਸੁਣਦਾ ਹੀ ਨਹੀਂ ਸੀ। ਮੈਂ ਮੰਮੀ ਪਏ ਤੇ ਮੈਂ ਰੋਂਦੀ ਰਹਿੰਦੀ ਸੀ, ਉਹਨਾਂ ਨੂੰ ਇੰਨੇ ਤਰਲੇ ਮਿੰਨਤਾਂ ਕਰਨੀ, ਕੋਈ ਨਹੀਂ ਸੁਣਦਾ ਸੀ। ਕੁਛ ਲਾਤਾ ਨਾ ਜੀ ਉਹਨਾਂ ਨੇ, ਗਲੂਕੋਜ਼ ਲਾਤਾ। ਤੇ ਮੈਂ ਕਈ ਵਾਰ ਹੁਣ ਵੀ ਇਹ ਮੁੰਡਾ ਸੀ, ਮੈਂ ਕਹਿਣਾ ਜੀ ਇਹ ਖਤਮ ਹੋ ਗਿਆ, ਇਹਨੂੰ ਬੰਦ ਕਰ ਦਿਓ, ਕਿਉਂ ਵਾਪਸ ਖੂਨ ਆਉਣ ਲੱਗ ਜਾਂਦਾ ਉਹ ਅਗਰ ਨਾ ਆਪਾਂ ਕਰੀਏ। ਮੈਂ ਕਈ ਵਾਰ ਫਿਰ ਆਪ ਹੀ ਬੰਦ ਕਰਿਆ, ਮੈਂ ਬੰਦ ਕਰ ਦਿੰਦਾ ਵੀ ਤਾਂ ਬੰਦ ਕਰਿਆ। ਮਤਲਬ ਕਿ ਇੰਨਾ ਹੋਇਆ ਵੀ ਧਿਆਨ ਨਹੀਂ ਰੱਖਣਾ ਵੀ ਹਾਂ ਵੀ ਬੰਦੇ ਨੂੰ ਗਲੂਕੋਜ਼ ਲਾਇਆ, ਉਹ ਖਾਲੀ ਵੀ ਹੋਣਾ, ਉਹਨੂੰ ਬੰਦ ਵੀ ਕਰਨਾ। ਮਤਲਬ ਬਹੁਤ ਜ਼ਿਆਦਾ ਉਹ ਹੈ। 32 ਦਾ ਨਾਂ ਆਇਆ ਸਟਾਫ ਹੈ ਨਾ, ਚਲੋ ਹੋਏਗੇ, ਸਹੀ ਵੀ ਹੋਏਗਾ, ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ, ਪਰ ਜ਼ਿਆਦਾਤਰ ਸਾਰੇ ਹੀ ਉਹ ਹੈ। ਸਰਕਾਰਾਂ ਦਾ ਕਹਿ ਰਹੀਆਂ ਅਸੀਂ ਪ੍ਰਬੰਧ ਕਰ ਰਹੇ ਹਾਂ, ਸਹੂਲਤਾਂ ਦੇ ਰਹੇ ਹਾਂ। ਝੂਠ ਬੋਲ ਰਹੀਆਂ ਜੀ, ਸਭ ਝੂਠ ਹੈ, ਕੋਈ ਪ੍ਰਬੰਧ ਨਹੀਂ ਹੈ, ਸਭ ਝੂਠ ਹੈ। ਸਰਕਾਰਾਂ ਤਾਂ ਸਿਰਫ ਝੂਠ ਬੋਲਣਾ ਜਾਣਦੀਆਂ, ਕਿਹੜਾ ਪ੍ਰਬੰਧ ਹੈ ਕੀ ਹੈ ਉੱਥੇ? ਮੰਮੀ ਨੂੰ ਸਵੇਰੇ ਲੈ ਕੇ ਗਈ ਸੀ, ਉਹਨਾਂ ਨੇ ਸ਼ਾਮ ਨੂੰ ਰਾਤ 10 ਵਜੇ ਗਲੂਕੋਜ਼ ਲਗਾਇਆ। ਪਹਿਲਾਂ ਕਿਉਂ ਨਹੀਂ ਲਗਾਇਆ? ਕੀ ਕਾਰਨ ਦੱਸਿਆ ਜਾ ਰਿਹਾ ਸੀ? ਕੋਈ ਦੇਖਦਾ ਹੀ ਨਹੀਂ ਸੀ, ਕੋਈ ਆ ਕੇ ਬਿਲਕੁਲ ਚੈੱਕ ਹੀ ਨਹੀਂ ਸੀ ਉਹਨਾਂ ਨੇ ਕੀਤਾ। ਤੁਸੀਂ ਜ਼ਿਆਦਾ ਨਹੀਂ ਹੈ, ਤੁਸੀਂ ਆਪਣਾ ਉੱਦਾਂ ਜਾਓ 32 'ਚ, ਤੀਜੀ ਮੰਜ਼ਿਲ 'ਤੇ ਚਲੇ ਜਾਓ, ਚੌਥੀ ਮੰਜ਼ਿਲ 'ਤੇ ਦੁਨੀਆ ਉੱਥੇ ਪਬਲਿਕ ਹੈ, ਉਹਨਾਂ ਨੂੰ ਜਾ ਕੇ ਉਹਨਾਂ ਦਾ ਦਰਦ ਪੁੱਛੋ ਤਾਂ ਬਹੁਤ ਕੰਡੀਸ਼ਨ ਖਰਾਬ ਹੈ। ਉਸ ਟਾਈਮ ਮੇਰਾ ਵੀ ਕਈ ਵਾਰ ਗੁੱਸਾ ਬੜਾ ਆਉਂਦਾ ਸੀ, ਪਰ ਅਸੀਂ ਮਜਬੂਰੀ ਨਾਲ ਮਨ ਨੂੰ ਸਮਝਾਉਂਦੇ ਵੀ ਚਲੋ ਵੀ ਸਾਡਾ ਪੇਸ਼ੈਂਟ ਅੰਦਰ ਹੈ, ਠੀਕ ਹੈ, ਅਸੀਂ ਇਹਨਾਂ ਨਾਲ ਲੜਾਂਗੇ ਤੇ ਉਹ ਹੋਏਗਾ ਕੁਛ 19-21 ਕਰ ਦੇਣ, ਤੇ ਇਸ ਕਰਕੇ ਉਹਨਾਂ ਨੂੰ ਹੱਥ ਹੀ ਰਿਕੁਐਸਟ ਕਰਦੇ ਜੋੜਦੇ, ਪਰ ਗੁੱਸਾ ਬੜਾ ਆਉਂਦਾ ਸੀ। ਹੁਣ ਕੀ ਚਾਹੁੰਦੇ ਹੋ? ਹੁਣ ਤਾਂ ਜਿਸ ਤਰੀਕੇ ਨਾਲ 3 ਮੈਂਬਰ ਇਸ ਜਹਾਨ ਤੋਂ ਤੁਰ ਚੁੱਕੇ ਆ, ਦਰਦ ਵੀ ਹੋਊਗਾ, ਗੁੱਸਾ ਵੀ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਰਵੱਈਆ ਨਹੀਂ ਸਹੀ ਸੀ, ਪੁਲਿਸ ਪ੍ਰਸ਼ਾਸਨ ਦਾ ਵੀ ਰਵੱਈਆ ਨਹੀਂ ਸੀ, ਹੁਣ ਕੀ ਚਾਹੁੰਦਾ ਪਰਿਵਾਰ? ਹੁਣ ਇਹੀ ਹੈ ਵੀ ਅੱਗੇ ਜਿਹੜਾ ਸਾਡੇ ਨਾਲ ਹੋਇਆ ਕਿਸੇ ਨਾਲ ਹੋਰ ਨਾਲ ਨਾ ਹੋਏ। ਬਾਕੀ ਇਨਸਾਫ ਵੀ ਮਿਲਣਾ ਚਾਹੀਦਾ। ਹੁਣ ਤੁਹਾਡੇ ਸਾਹਮਣੇ ਮੌਤਾਂ ਹੋਈਆਂ, ਹੋਰ ਵੀ ਬਹੁਤ ਹੋਈਆਂ, ਸਭ ਨੂੰ ਦੁੱਖ ਤਕਲੀਫ ਲੱਗਦੀ ਹੈ। ਬਾਕੀ ਉਹ ਤਾਂ ਹੁਣ ਸਰਕਾਰ ਨੂੰ ਚਾਹੀਦਾ ਨਾ ਵੀ ਉਹ ਕੀ ਕਰਦੀ ਕੀ ਨਹੀਂ ਕਰਦੀ। ਜਿਹੜੇ ਏਡੇ ਏਡੇ ਵਾਅਦੇ ਕਰਦੀ ਹੈ, ਅਸੀਂ ਇਹ ਹੈ, ਇਹ ਸਭ ਖੋਖਲੇ ਆ ਉਹਨਾਂ ਦੇ, ਕੁਝ ਵੀ ਨਹੀਂ ਹੈ। ਹੁਣ ਤੇ ਸਰਕਾਰ ਨੂੰ ਚਾਹੀਦਾ ਨਾ। ਕੀ ਲੱਗਦਾ ਹੈ ਹਸਪਤਾਲ ਪ੍ਰਸ਼ਾਸਨ ਬਿਜਲੀ ਦਾ ਕਹਿ ਕੇ ਟਾਲਾ ਵੱਟ ਰਿਹਾ, ਟਾਲ ਮਟੋਲ ਕਰ ਰਿਹਾ, ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੋਇਆ ਹਸਪਤਾਲ? ਜ਼ਿੰਮੇਵਾਰੀ ਨਹੀਂ ਉਹਨਾਂ ਨੇ ਕੀ ਜ਼ਿੰਮੇਵਾਰੀ ਲੈਣੀ? ਉਹ ਕਹਿੰਦੇ ਵੀ ਲਾਈਟ ਚਲੀ ਗਈ, ਅਸੀਂ ਕੀ ਕਰ ਸਕਦੇ ਹਾਂ। ਜੇ ਲਾਈਟ ਚਲੇਗੀ, ਤੁਹਾਡਾ ਏਡਾ ਵੱਡਾ ਹਸਪੀਟਲ ਹੈ, ਤੁਹਾਡੇ ਕੋਲ ਇਨਵਰਟਰ ਹੋਣਾ ਚਾਹੀਦਾ, ਜਨਰੇਟਰ ਹੋਣਾ ਚਾਹੀਦਾ। ਕੱਲ੍ਹ ਨੂੰ ਤਾਂ ਫਿਰ ਲਾਈਟ ਚਲੇ ਜਾਏਗੀ, ਕੱਲ੍ਹ ਨੂੰ ਹਜ਼ਾਰਾਂ ਮਰੀਜ਼ ਵੈਂਟੀਲੇਟਰ 'ਤੇ ਲੱਗੇ ਆ, ਉਹ ਫਿਰ ਇਹ ਤਾਂ ਫਿਰ ਚੈਨ ਵਾਲਾ ਸਿਸਟਮ ਹੋ ਜੂ। ਮੇਰੇ ਵੱਡੇ ਭਰਾ ਨੂੰ ਜੇ ਅਸੀਂ ਲੈ ਕੇ ਗਏ ਰਾਤ ਨੂੰ, ਉਹਨਾਂ ਨੇ ਨਾ ਤਾਂ ਦੱਸਿਆ ਸਾਨੂੰ ਕੁਝ ਵੀ ਨਹੀਂ, ਐਵੇਂ 48 'ਚ ਸ਼ਿਫਟ ਕਰਤਾ। ਸਾਨੂੰ ਉੱਥੋਂ ਫੋਨ ਆਇਆ, ਉਦੋਂ ਹੀ ਸਾਨੂੰ ਪਤਾ ਲੱਗਿਆ ਵੀ ਸਾਡਾ ਭਰਾ ਤਾਂ ਉੱਥੇ 48 'ਚ ਐਡਮਿਟ ਹੋ ਗਿਆ ਜਾ ਕੇ। ਉਹ ਵਿਚਾਰਾ ਸਾਨੂੰ ਉੱਥੋਂ ਫੋਨ ਕਰੇ, ਕਹਿੰਦਾ ਵੀ ਸਾਨੂੰ ਤਾਂ ਇੱਥੇ ਮੈਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ, ਪਾਣੀ ਵੀ ਨਹੀਂ ਦਿੰਦਾ, ਕਿੰਨੇ ਦਿਨ ਹੋ ਗਏ ਉਹਨਾਂ ਨੂੰ ਤਾਂ ਪਾਣੀ ਵੀ ਨਹੀਂ ਪਿਲਾਇਆ।
ਨਾ ਤਾਂ ਕੋਈ ਖਿਲਾਉਂਦਾ ਨਾ ਪਿਲਾਉਂਦਾ। ਉੱਥੇ 48 'ਚ ਜਾ ਕੇ ਜ਼ਿਆਦਾ ਹਾਲਤ ਖਰਾਬ ਹੋ ਗਈ, ਨਹੀਂ ਤਾਂ ਇੱਥੇ ਠੀਕ ਠਾਕ ਗਿਆ ਸੀ, ਬਿਲਕੁਲ ਠੀਕ ਸੀ। ਇੱਥੋਂ ਉੱਥੇ ਜਾ ਕੇ ਤਾਂ ਉਹਨਾਂ ਨੇ ਹਾਲਤ ਖਰਾਬ ਕਰਤੀ ਜੀ। ਫੁੱਲ ਪਾ ਕੇ ਆਇਆ ਸੀ ਆਪਣੀ ਮਾਤਾ ਜੀ ਦੇ, ਫੋਨ ਕਰਕੇ ਕਹਿ ਰਿਹਾ ਕਿ ਮੈਨੂੰ ਹਸਪੀਟਲ ਚੋਂ ਕਢਵਾ ਲਓ, ਮੈਨੂੰ ਕੁਝ ਖਾਣ ਨੂੰ ਨਹੀਂ ਦਿੰਦੇ, ਕੁਝ ਪੀਣ ਨੂੰ ਨਹੀਂ ਦਿੰਦੇ। 4 ਦਿਨ ਉੱਥੇ ਭੁੱਖਾ ਰਿਹਾ ਉਹ, 4 ਦਿਨ। 26 ਤਰੀਕ ਨੂੰ ਜਿਹੜੀ ਆ ਇਹਨਾਂ ਦੇ ਵੱਡੇ ਬ੍ਰਦਰ, ਉਹਨਾਂ ਦੀ ਵੀ ਡੈਥ ਹੋਈ ਸੀ, ਉਹਨਾਂ ਦੇ ਵਾਈਫ ਵੀ ਬੈਠੇ ਨੇ ਨਾਲ ਹੀ, ਇਹਨਾਂ ਨਾਲ ਵੀ ਗੱਲ ਕਰਾਂਗੇ। ਕੀ ਕਹਿਣਾ ਚਾਹੋਗੇ ਜੀ, ਕਿਉਂਕਿ 3 ਜੀ ਤੁਹਾਡੇ ਪਰਿਵਾਰ ਦੇ ਚਲੇ ਗਏ ਨੇ, ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਕਹਿ ਰਹੇ ਨੇ ਪਰਿਵਾਰਕ ਮੈਂਬਰ, ਕੀ ਕਹਿਣਾ ਚਾਹੋਗੇ, ਕੀ ਮੰਗ ਕਰਦੇ ਹੋ? ਬੋਲਿਆ ਜਿਹੜਾ ਇਹਨਾਂ ਤੋਂ ਨਹੀਂ ਜਾ ਰਿਹਾ, ਭਾਵੁਕ ਹੋ ਰਹੇ ਨੇ, ਕਿਉਂਕਿ ਜਿਸ ਤਰੀਕੇ ਨਾਲ 3 ਜੀਆਂ ਦਾ ਤੁਰ ਜਾਣਾ ਪਰਿਵਾਰ ਦੇ ਵਿੱਚੋਂ ਵੱਡਾ ਦਰਦ ਹੈ, ਵੱਡਾ ਦੁੱਖ ਹੈ, ਬਿਆਨ ਜਿਹੜਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਸ ਤਰੀਕੇ ਨਾਲ ਵੱਡਾ ਦਰਦ ਤੇ ਦੁੱਖ ਜੋ ਹੈ ਸਹਿ ਰਹੇ ਨੇ ਇਹ ਲਗਾਤਾਰ ਇੱਕੋ ਮਹੀਨੇ ਦੇ ਵਿੱਚ 3 ਜੀਆਂ ਦਾ ਤੁਰ ਜਾਣਾ। ਤਾਂ ਕੀ ਮੈਂ ਪੁੱਛਣਾ ਚਾਹੂੰਗਾ ਜੀ, ਹੁਣ ਕੀ ਜਿਹੜੀ ਮੰਗ ਆ ਤੁਹਾਡੀ ਹਸਪਤਾਲ ਪ੍ਰਸ਼ਾਸਨ ਨੂੰ ਲੈ ਕੇ, ਜਾਂ ਪੁਲਿਸ ਪ੍ਰਸ਼ਾਸਨ ਦਾ ਤੁਸੀਂ ਕਹਿ ਰਹੇ ਹੋ ਰਵੱਈਆ ਸਹੀ ਨਹੀਂ ਸੀਗਾ, ਕਿ ਵੱਡੇ ਜਿਹੜੇ ਆਫੀਸਰਸ ਨੇ ਉਹਨਾਂ ਕੋਲੇ ਪੇਸ਼ ਹੋਏ ਹੋ ਤੁਸੀਂ, ਐਸਐਸਪੀ ਸਾਹਿਬ ਹੋਣ ਜਾਂ ਕਿਸੇ ਹੋਰ ਅਧਿਕਾਰੀ ਕੋਲ? ਉਹ ਜਿਹੜੇ ਦੂਜੇ ਹੀ ਬੰਦੇ ਉਹ ਨਾਲ ਹੀ ਜਿਨ੍ਹਾਂ ਨੇ ਫੋਨ ਨੰਬਰ ਦਿੱਤਾ ਉਹ ਪੇਸ਼ ਹੋਏ, ਹੁਣ ਕਹਿ ਨਹੀਂ ਸਕਦੇ। ਮੈਂ ਤਾਂ ਫਿਰ ਇਕੱਲਾ ਹੀ ਉੱਥੇ, ਮੈਂ ਉੱਧਰ ਪੇਸ਼ ਹੁੰਦਾ ਜਾਂ ਇਹਨਾਂ ਨੂੰ ਸੰਭਾਲਦਾ ਮੁੰਡੇ ਨੂੰ, ਫਿਰ ਮੈਂ ਹੋਰ ਕਿਸੇ ਕੋਲ ਪੇਸ਼ ਹੋਇਆ ਨਹੀਂ। ਮੈਂ ਤਾਂ ਰਾਤ ਗਿਆ, ਰਾਤ ਵੀ ਬਸ ਗੱਲਬਾਤ ਹੋਈ ਹੈ, ਜੋ ਮੈਂ ਉਹਨਾਂ ਦੀ ਗੱਲਾਂ ਬਾਤਾਂ ਦਾ ਹਿਸਾਬ ਕਿਤਾਬ ਲਾਇਆ, ਅਤੇ ਇੱਕ ਬੰਦਾ, 2 ਪੁਲਿਸ ਵਾਲੇ ਕਹਿੰਦੇ ਜੀ ਵੀ ਠੀਕ ਹੈ, ਜੋ ਕਹਿ ਰਹੇ ਠੀਕ ਹੈ। 1-2 ਬੰਦਾ ਬੋਲ ਰਿਹਾ ਸੀ, ਉਹਨਾਂ ਦੀ ਬੋਲੀ ਵੀ ਹਾਂ ਜੀ ਠੀਕ ਹੈ, ਇਹਨਾਂ ਦੀ ਕੀ ਕਸੂਰ ਹੈ, ਲਾਈਟ ਚਲੇਗੀ, ਇਹ ਕਰ ਸਕਦੇ ਆ। ਮਤਲਬ ਹੁਣ ਦੇਖ ਲਓ, ਤਾਂ ਹੁਣ ਇਹਨਾਂ ਨੂੰ ਲੱਗਦਾ ਹੁਣ ਆਸ ਹੈਗੀ ਇਨਸਾਫ ਮਿਲੂਗਾ, FIR ਦਰਜ ਕਰਾਈ ਹੈ? ਆਸ ਤੇ ਹੈ, ਹੁਣ ਕਾਨੂੰਨ ਤੇ ਭਰੋਸਾ ਵੀ, ਚਲੋ ਇਨਸਾਫ ਦਿਵਾਉਣਗੇ, ਕਰਨਗੇ ਕੁਛ। ਬਾਕੀ ਤਾਂ ਇਹ ਪਰਿਵਾਰ ਜੋ ਹੈ 3 ਜੀ ਇਸ ਪਰਿਵਾਰ ਦੇ ਇਸ ਜਹਾਨ ਚੋਂ ਚਲੇ ਗਏ ਨੇ, ਕੋਵਿਡ ਪੋਜ਼ਿਟਿਵ ਦੱਸੇ ਜਾ ਰਹੇ ਸੀ, ਪਰ ਰਾਤ ਵੈਂਟੀਲੇਟਰ ਤੇ ਇੱਕ ਬੱਚਾ ਜੋ ਇਹਨਾਂ ਦਾ, ਇੱਕ ਨੌਜਵਾਨ ਲੜਕਾ ਜੋ ਹੈ ਵੈਂਟੀਲੇਟਰ ਤੇ ਸੀ 32 ਦੇ ਹਸਪੀਟਲ ਦੇ ਵਿੱਚ, ਤੇ ਅਚਾਨਕ ਤੇਜ਼ ਝੱਖੜ ਆਉਂਦਾ, ਜਿਸ ਤੋਂ ਬਾਅਦ ਵੈਂਟੀਲੇਟਰ ਬੰਦ ਹੋ ਜਾਂਦੇ ਨੇ, ਸ਼ਾਰਟ ਸਰਕਟ ਵੀ ਹੁੰਦਾ ਹੈ, ਜਿਸ ਕਰਕੇ ਵੈਂਟੀਲੇਟਰ ਬੰਦ ਹੁੰਦੇ ਨੇ, ਤੇ ਕਰੀਬ 7 ਲੋਕਾਂ ਦੀ ਉੱਥੇ ਜਿਹੜੀ ਔਨ ਰਿਕਾਰਡ ਦੱਸਿਆ ਜਾ ਰਿਹਾ, 7 ਲੋਕਾਂ ਦੀ ਉੱਥੇ 7 ਪੇਸ਼ੈਂਟਸ ਜੋ ਸੀਗੇ ਵੈਂਟੀਲੇਟਰ ਬੰਦ ਹੋਣ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ FIR ਦਰਜ ਕਰਾਈ ਜਾਂਦੀ ਹੈ। 34 ਦੇ ਥਾਣੇ ਦੇ ਵਿੱਚ FIR ਦਰਜ ਕਰਾਈ ਜਾਂਦੀ ਹੈ, ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਕਹਿ ਰਹੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਹਸਪਤਾਲ ਪ੍ਰਸ਼ਾਸਨ ਦਾ ਰਵੱਈਆ ਨਹੀਂ ਸਹੀ ਸੀਗਾ, ਹਸਪਤਾਲ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਹੇ ਨੇ ਕਿ ਉੱਥੇ ਜਨਰੇਟਰ ਦਾ ਪ੍ਰਬੰਧ ਹੋਣਾ ਚਾਹੀਦਾ, ਇਨਵੇਟਰ ਦਾ ਪ੍ਰਬੰਧ ਹੋਣਾ ਚਾਹੀਦਾ, ਨਹੀਂ ਤਾਂ ਜਿਸ ਤਰੀਕੇ ਨਾਲ ਲੋਕ ਮਰ ਰਹੇ ਨੇ ਤਾਂ ਹਸਪਤਾਲ ਪ੍ਰਸ਼ਾਸਨ ਜੋ ਹੈ ਚੁੱਪ ਕਰ ਰਿਹਾ। ਹਸਪਤਾਲ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ, ਸਰਕਾਰਾਂ ਤੇ ਵੱਡੇ ਸਵਾਲ ਖੜੇ ਹੁੰਦੇ ਨੇ, ਤੇ ਸਿਹਤ ਸਹੂਲਤਾਂ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ। ਆਖਰ ਕਦੋਂ ਤੱਕ ਜਿਹੜਾ ਆ ਇਸ ਤਰੀਕੇ ਦੇ ਨਾਲ ਲੋਕ ਜਾਂਦੇ ਰਹਿਣਗੇ ਹਸਪਤਾਲਾਂ ਦੇ ਵਿੱਚ ਜਦੋਂ ਸੁਵਿਧਾਵਾਂ ਹੀ ਨਹੀਂ ਗੀਆਂ। ਕੈਮਰਾਮੈਨ ਜੀਤ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।